ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਹਿੰਦੁਸਤਾਨ ਇੱਕ ਬਹੁਤ ਵੱਡੀ ਮਾਰਕੀਟ ਇਮਰਜ ਹੋ ਗਈ ਹੈ ਲਗਜ਼ਰੀ ਕਾਰਾਂ ਦੀ। ਮਰਸਡੀਜ਼, BMW, ਆਡੀ ਇਹ ਤਾਂ ਪੁਰਾਣੇ ਹੋ ਚੁੱਕੇ ਨੇ। ਹੁਣ ਟੋਯੋਟਾ ਵੀ ਆਪਣਾ ਲਗਜ਼ਰੀ ਬ੍ਰਾਂਡ ਲੈ ਕੇ ਆਈ ਹੈ ਲੈਕਸਸ। ਅਤੇ ਨਵੀਨ ਸੋਨੀ ਜੀ ਹੈਗੇ ਨੇ ਸਾਡੇ ਨਾਲ, ਜਿਹੜੇ ਪ੍ਰੈਜ਼ੀਡੈਂਟ ਨੇ ਲੈਕਸਸ ਦੇ ਇੰਡੀਆ ਦੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਨਵੀਨ ਜੀ, ਇਹ ਦੱਸੋ ਵੀ ਤੁਹਾਡੀ ਕੰਪਨੀ ਦੀ ਜਿਹੜੀ USP ਕੀ ਹੈ ਤੁਹਾਡੀ ਕਾਰ ਦੀ? ਕਿਉਂਕਿ ਸਾਰੇ ਲਗਜ਼ਰੀ ਬ੍ਰਾਂਡਸ ਨੇ, ਆਲਰੇਡੀ ਰੋਲਸ ਰॉयस ਵੀ ਆ ਗਈ ਹੈ, ਬੈਂਟਲੇ ਵੀ ਆ ਗਈ ਹੈ, ਸਾਰੀਆਂ 1 ਕਰੋੜ ਤੋਂ ਉੱਪਰ ਨੇ ਗੱਡੀਆਂ। ਔਰ ਜਿਹੜੀਆਂ S ਕਲਾਸ ਮਰਸਡੀਜ਼ ਹੋ ਗਈ ਜਾਂ ਅਸੀਂ ਮੇਬੈਕ ਕਹੀਏ, ਸਾਰੀਆਂ ਬਹੁਤ ਲਗਜ਼ਰੀ ਨੇ ਗੱਡੀਆਂ। ਅਤੇ ਲੈਕਸਸ 'ਚ ਕੀ ਐਸੀ USP ਹੈ? ਨਮਸਕਾਰ ਜੀ, ਪਹਿਲਾਂ ਤਾਂ ਥੈਂਕ ਯੂ ਸੋ ਮਚ ਸਾਨੂੰ ਮੌਕਾ ਮਿਲਿਆ ਅੱਜ ਤੁਹਾਡੇ ਨਾਲ ਗੱਲ ਕਰਨ ਦਾ। ਦਰਸ਼ਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਬੇਸਿਕਲੀ ਅੱਜ ਵੈਰੀ ਇੰਪੋਰਟੈਂਟ ਡੇ ਹੈ ਸਾਡਾ ਹਿੰਦੁਸਤਾਨ 'ਚ 5th ਅਤੇ ਪੰਜਾਬ ਦਾ ਪਹਿਲਾ ਡੀਲਰਸ਼ਿਪ ਚਾਲੂ ਹੋ ਰਹੀ ਨੇ। ਤੁਸੀਂ ਪੁੱਛਿਆ ਰਿਗਾਰਡਿੰਗ USP। ਸਾਡੀ ਗੱਡੀਆਂ ਦੀ USP ਹੈਗੀ ਕਿ 96% ਗੱਡੀਆਂ ਸਾਡੀ ਜਿਹੜੀਆਂ ਹੈਗੀਆਂ ਨਾ ਸਸਟੇਨੇਬਲ ਮੋਬਿਲਿਟੀ ਪ੍ਰਮੋਟ ਕਰਦੇ ਨੇ। ਉਹ ਕੀ ਹੁੰਦੀ ਹੈ ਕਿ ਗੱਡੀ ਜਿਹੜੀ ਹੈਗੀ ਸੈਲਫ ਚਾਰਜਿੰਗ ਹਾਈਬ੍ਰਿਡ ਇਲੈਕਟ੍ਰਿਕ ਵਹੀਕਲ ਹੈਗੀ ਨੇ। 96% ਸਾਡੀ ਜਿਹੜੀ ਰੇਂਜ ਹੈਗੀ ਨੇ। ਇਹਦੇ ਵਿੱਚ ਕੀ ਹੁੰਦਾ ਹੈ ਕਿ ਬੈਟਰੀ, ਮੋਟਰ, ਕੰਟਰੋਲਰ ਤੇ ਜਿਹੜੀ 3 ਕੰਪੋਨੈਂਟਸ ਹੁੰਦੇ ਬੈਟਰੀ ਇਲੈਕਟ੍ਰਿਕ ਵਹੀਕਲ ਦੇ, ਉਹ ਤੇ ਹੁੰਦੇ ਨੇ। ਨਾਲ ਉਹਦੇ ਇੱਕ ਇੰਜਨ ਹੁੰਦਾ ਹੈ ਨਾ। ਸੋ ਬਿਕੋਜ਼ ਆਫ ਆਲ ਥੀਸ ਥਿੰਗਸ ਦੀ ਐਫੀਸ਼ੀਐਂਸੀ ਇਜ਼ ਵੈਰੀ ਗੁੱਡ, ਕਾਰਬਨ ਫੁੱਟਪ੍ਰਿੰਟ ਇਜ਼ ਵੈਰੀ ਲੈਸ, ਓਕੇ, ਐਂਡ ਦੀ ਐਮਿਸ਼ਨਸ ਆਰ ਵੈਰੀ ਵੈਰੀ ਕੰਟਰੋਲਡ। ਅਤੇ ਇਸ ਕਰਕੇ ਅਸੀਂ ਕਹਿੰਦੇ ਨੇ ਸਸਟੇਨੇਬਲ ਮੋਬਿਲਿਟੀ। ਲੋਕੀ ਇੱਕ ਤਰ੍ਹਾਂ ਦੇ ਮਤਲਬ ਐਕਸਪੀਰੀਅੰਸ ਕਰ ਸਕਦੇ ਨੇ ਕਿ ਦਿਸ ਕਾਰਸ ਆਰ ਟੈਕਨੋਲੋਜੀਕਲੀ ਸੁਪੀਰੀਅਰ, design wise crafted and space wise very luxurious. So this is the new offering that we are giving to our customers in Punjab now. ਕਿਹੜੇ ਮਾਡਲਸ ਤੁਸੀਂ ਲਾਂਚ ਕੀਤੇ ਨੇ ਔਰ ਕਿਉਂ? देखिए जी, कस्टमर ਦੀ ਰਿਕੁਆਇਰਮੈਂਟ ਵਾਸਤੇ ਵੀ ਹੈਵ ਬੀਨ ਸਟੱਡਿੰਗ ਦ ਮਾਰਕੀਟ, ਐਂਡ ਜਿਸ ਤਰ੍ਹਾਂ ਦੀ ਵੀ ਰਿਕੁਆਇਰਮੈਂਟ ਹੁੰਦੀ ਹੈ ਸਾਡੇ ਕੋਲ ਅੱਜ ਕੱਲ੍ਹ ਇੱਕ ਨਵਾਂ ਫੈਸ਼ਨ ਹੈਗਾ SUV ਦਾ, ਅਤੇ ਸਾਡੇ ਕੋਲ ਮੋਸਟ ਆਫ ਦ ਵਹੀਕਲਸ ਆਰ SUV। ਉਹਦੇ ਬਾਅਦ ਵੀ ਸਟਾਰਟਡ ਮੇਕਿੰਗ ਕਾਰਸ ਇਨ ਇੰਡੀਆ ਆਲਸੋ। 2020 'ਚ ਅਸੀਂ ES ਮਾਡਲ ਹੈਗਾ ਨਾ, that also we started making in India, and that car is being sold in all of this country, and it's receiving a very good response. So we have SUV, we have MPV, we have also the passenger car sedan. ਜਿਹੜਾ ਤੁਸੀਂ ਗੱਲ ਕਹੀ, ਜਿਵੇਂ ਮੇਕ ਇਨ ਇੰਡੀਆ ਚੱਲ ਰਿਹਾ ਹੈ, ਇੱਕ ਮੁਹਿੰਮ ਚਲਾਈ ਹੈ ਪ੍ਰਾਈਮ ਮਿਨਿਸਟਰ ਮੋਦੀ ਨੇ ਜਦੋਂ ਦੇ 2014 ਦੇ ਆਏ ਨੇ। ਅਤੇ ਸਾਰੇ ਕੰਪੋਨੈਂਟ ਇੰਡੀਆ 'ਚ ਬਣ ਰਹੇ ਨੇ ਜਾਂ ਤੁਸੀਂ ਪਾਰਸ਼ਲੀ ਇੰਡੀਆ 'ਚ ਬਣਾ ਰਹੇ ਹੋ ਔਰ ਬਾਕੀ ਇੰਪੋਰਟ ਕਰ ਰਹੇ ਹੋ? ਜਿਹੜੀ ਵੀ ਰਿਕੁਆਇਰਮੈਂਟ ਹੁੰਦੀ ਹੈ ਨਾ, ਗਵਰਨਮੈਂਟ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਕਿਸ ਤਰ੍ਹਾਂ ਤੁਸੀਂ ਲੋਕਲੀ ਕਹਿ ਸਕਦੇ ਨੇ, ਲੋਕਲ ਅਸੈਂਬਲੀ, ਉਹ ਸਾਰੀ ਰਿਕੁਆਇਰਮੈਂਟ ਅਸੀਂ ਪੂਰੀ ਕਰਨੇ ਨੇ। ਸੋ ਵਾਟ ਐਵਰ ਕੰਪੋਨੈਂਟਸ ਅਸੀਂ ਬਾਹਰ ਤੋਂ ਮੰਗਾਉਂਦੇ ਨੇ, ਵਾਟ ਐਵਰ ਕੰਪੋਨੈਂਟਸ ਅਸੀਂ ਇੱਥੇ ਕਰਦੇ ਨੇ, ਮਿਲਾ ਕੇ ਸਾਰ ਵੀ ਪ੍ਰੈਜ਼ੈਂਟ ਦਿਸ ਕਾਰ ਟੂ ਦੀ ਇੰਡੀਅਨ ਕਸਟਮਰ। ਅਤੇ ਹੁਣ ਜਿਹੜਾ ਤੁਸੀਂ ਕਿਹੜੇ ਬ੍ਰਾਂਡਸ ਲਾਂਚ ਕੀਤੇ ਨੇ ਲੈਕਸਸ ਦੇ ਵਿੱਚ? ਕਿਹੜੇ, ਜਿਸ ਤਰ੍ਹਾਂ ਮਰਸਡੀਜ਼ ਦੇ ਵਿੱਚ C ਕਲਾਸ ਹੈ, E ਕਲਾਸ ਹੈ, ਉਹ ਲੈਕਸਸ ਦੇ ਵਿੱਚ ਕਿਹੜੇ ਤੁਸੀਂ ਲਾਂਚ ਕੀਤੇ ਨੇ ਔਰ ਉਹ ਉਹਨਾਂ ਦੀ ਕੀ ਪ੍ਰਾਈਸ ਰੇਂਜ ਹੈ? ਜੀ ਸਾਡੀ ਪ੍ਰਾਈਸ ਰੇਂਜ ਚਾਲੂ ਹੁੰਦੀ ਕਰੀਬ 56 ਲੱਖ ਤੋਂ। ਦੈਟ ਇਜ਼ ਆਵਰ ਇੱਕ ਸ਼ੋਰੂਮ ਪ੍ਰਾਈਸ ਫॉर ਦੀ ES ਮਾਡਲ। ES ਮਾਡਲ ਜਿਹੜਾ ਹੈਗਾ ਇੱਥੇ ਲੋਕਲੀ ਬੰਦਾ ਹੈਗਾ ਨਾ, ਪੈਸੇਂਜਰ ਕਾਰ ਹੈਗੀ ਨੇ। ਫਿਰ then you go, this is the car that we have recently upgraded and launched. It is called the NX. So 65 lakhs to around that price range चालू होने ने। If you go higher than this, इस तो वड्डी SUV चाहिए देते तो RX बाहर खड़ी है, so that vehicle is also there. उस तो वड्डी चाहिए दिए तो फिर LX, there is another model which is a super luxury, super big size SUV that is there. So basically, in addition to this, we also have for our coupe customers, sports cars customers, LC is there, so that customer is there. And of course for the passenger car segment we have the LS car, LS ਹੈਗੀ ਨੇ ਸਾਡੇ ਕੋਲ। ਸੋ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਕਿੰਨੀ ਕੁ ਟੱਕਰ, ਕਿਉਂਕਿ ਮਰਸਡੀਜ਼ ਇੱਕ ਨਾ ਬ੍ਰਾਂਡ ਬਣ ਚੁੱਕਾ ਹੈ, ਠੀਕ ਹੈ, ਇੱਕ ਹਿੰਦੁਸਤਾਨ 'ਚ ਜਿਵੇਂ ਇੱਕ ਸਟੇਟਸ ਸਿੰਬਲ ਹੈ। ਆਪਾਂ ਕਹਿੰਦੇ ਹਾਂ ਵੀ ਇਹਨੇ ਮਰਸਡੀਜ਼ ਲੈ ਲਈ, ਠੀਕ ਹੈ, ਅਤੇ ਉਹਦੀ ਇੱਕ ਜਿਵੇਂ ਟੈਗ ਜਿਹਾ ਲੱਗ ਜਾਂਦਾ ਵੀ ਹਾਂ ਵੀ ਇਹਨੇ ਮਰਸਡੀਜ਼ ਲੈ ਲਈ ਅਤੇ ਇਹਦੇ ਕੋਲ ਪੈਸਾ ਆ ਗਿਆ, ਠੀਕ ਹੈ। ਅਤੇ ਤੁਸੀਂ ਉਸ ਨੂੰ ਕਿਵੇਂ ਉਹ ਜਿਹੜੀ ਸਾਈਕੀ ਹੈ ਉਹਨੂੰ ਕਿਵੇਂ ਹਿੱਟ ਕਰੋਗੇ? देखिए जी, टेक्नोलॉजी वाइज
वी आर एबल टू compete with anybody and competition जो होंदा है ना वो कस्टमर वास्ते सबसे चंगी गल होंदी ने. There are more cars in the market, there are better products in the market, चंगी तो चंगी technology in the market, so that will finally benefit the customer because ਉਹਨੂੰ ਉਸ price range which now he may get 4 or 5 different kind of products. So we are also presenting our products as sustainable mobility. ਜਿਸ ਤਰ੍ਹਾਂ ਮੈंने ਤੁਹਾਨੂੰ ਦੱਸਿਆ ਗੱਡੀ ਜਿਹੜੀ ਹੈਗੀ 60 to 70% ਜਿਹੜੀ ਹੈਗੀ ਸਾਡੀ ਗੱਡੀਆਂ ਇਲੈਕਟ੍ਰਿਕ ਮੋਡ ਤੇ ਚੱਲਦੀ ਨੇ. ਇਲੈਕਟ੍ਰਿਕ ਮੋਡ ਇਸ ਵਾਸਤੇ ਕਿਉਂਕਿ ਵੈਨ ਯੂ ਆਰ ਬ੍ਰੇਕਿੰਗ ਦ ਕਾਰ ਤੁਸੀਂ ਕੀ ਕਰ ਰਹੇ ਹੋ ਗੱਡੀ ਨੂੰ ਫਿਊਲ ਡਾਲ ਰਹੇ ਹੋ. So basically what is happening is in these kind of vehicles, in this kind of scenario, what we have seen is कि customer चाहता ना ठीक है fuel efficiency ज़्यादा मिले, carbon footprint घट होए, okay, तो power मिले उन्हों. All these things are available in the hybrid electric vehicle and charge करने दी लोड नहीं गिने, गड्डी अपने आप charge करती रहती है. So these are different technologies that are being presented. So future which ਅਸੀਂ ਕਹਿੰਦੇ ਨੇ ਕਿ ਸਭ ਤਰ੍ਹਾਂ ਦੀ technology coexist ਕਰੇਗੀ. Customer decide ਕਰੇਗਾ ਉਹਨੂੰ ਕੀ ਚਾਹੀਦਾ ਹੈ. So customer ਦੇ choice ਵਾਸਤੇ we are presenting different kind of vehicles. ਇੱਕ ਮੇਰਾ ਲਾਸਟ ਸਵਾਲ ਹੈ ਕਿ ਮੇਨਟੇਨੈਂਸ ਕਾਸਟ ਕਿਉਂਕਿ ਲੋਕੀ ਗੱਡੀ ਤਾਂ ਲੈ ਲੈਂਦੇ ਨੇ ਜੀ ਬਾਅਦ ਚ ਮੇਨਟੇਨੈਂਸ ਬੜੀ ਮਹਿੰਗੀ ਹੈ ਨਾ ਗੱਡੀਆਂ ਦੀ ਚਾਹੇ ਆਪਾਂ ਮਰਸਡੀ BMW Audi ਕਿਸੇ ਦੀ ਵੀ ਗੱਲ ਕਰ ਲਈਏ ਜਿਹੜੇ ਵੱਡੇ ਆ 3 ਬ੍ਰਾਂਡ ਹੀ ਨੇ ਇਸ ਵੇਲੇ ਇੰਡੀਆ ਦੇ ਵਿੱਚ ਵੱਡੇ ਤੇ ਆਫਟਰ ਸਮ ਟਾਈਮ ਦੇ ਗੋ ਟੂ ਅਦਰ ਸ਼ਾਪਸ ਜਿਹੜੀਆਂ ਇੱਥੇ ਪ੍ਰਾਈਵੇਟ ਖੁੱਲ੍ਹ ਗਈਆਂ ਨੇ ਉਹਨਾਂ ਦੀ ਕਾਸਟਿੰਗ ਘੱਟ ਆਉਂਦੀ ਹੈ ਅਤੇ ਉੱਥੇ ਵਰਕਸ਼ਾਪ 'ਚ ਜਾਣ ਲੱਗ ਜਾਂਦੇ ਨੇ ਅਤੇ ਤੁਹਾਡੀ ਉਹ ਤੁਸੀਂ ਧਿਆਨ ਰੱਖਿਆ ਵੀ ਸਰਵਿਸ ਕਾਸਟ ਇੰਨੀ ਕੁ ਆਵੇ ਵੀ ਬੰਦੇ ਨੂੰ ਬਾਹਰ ਜਾਣਾ ਹੀ ਨਾ ਪਵੇ. देखिए जी पहली चीज़ तो इस तरह हैगी सर कि चाहे कोई भी गड्डी लेवे टेक्नोलॉजी इन्नी एडवांस हो गई हैगी कि बाहर जाने की लोड नहीं पड़नी चाहिए सर क्योंकि बेस्ट वो ही जाता है मैकेनिक जिन्हों असी ट्रेनिंग दी हैगी. मैं अपनी गल नहीं कर रहा सब की गल कर रहा बट जब तक तुसी इसकी गल करो कॉस्ट ऑफ मेंटेनेंस वी आर वेरी हैप्पी वेरी प्राउड टू से दैट यू नो जापानीज़ कार्स whether it is mass market or luxury always have sold on the basic premise कि मैनू मेंटेनेंस घट मिलेगी इस गड्डी दी. उस चीज़ का फायदा सब नूं होंदा है कस्टमर नूं भी होएगा इस गड्डी विच. ਜਿਸ ਤਰੀਕੇ ਨਵੀਨ ਜੀ ਨੇ ਦੱਸਿਆ ਕਿ ਇਹਨਾਂ ਦੀਆਂ ਸਾਰੀਆਂ ਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਮਰਸਡੀਜ਼ BMW Audi ਦੇ ਜਿੰਨੇ ਵੀ ਮਾਡਲਸ ਨੇ ਉਹਨਾਂ ਨੂੰ ਬੜੀ ਜ਼ਬਰਦਸਤ ਟੱਕਰ ਦੇਣ ਜਾ ਰਹੇ ਨੇ ਔਰ ਜਿਹੜੀ ਇਹਨਾਂ ਦੀ USP ਹੈ ਉਹ ਮੇਨਟੇਨੈਂਸ ਕਾਸਟ ਹੈ. ਉਹ ਮੇਨਟੇਨੈਂਸ ਕਾਸਟ ਇਹਨਾਂ ਦੀ ਬੜੀ ਘੱਟ ਹੈ. ਸੋ ਉਹ ਇੱਕ ਐਡਡ ਐਡਵਾਂਟੇਜ ਹੈ ਵੀ ਜਿਹੜਾ ਕਿ ਬਾਕੀ ਗੱਡੀਆਂ ਨਾਲੋਂ ਸ਼ਾਇਦ ਇਹਨਾਂ ਦੀ ਗੱਡੀ ਦਾ ਜਦੋਂ ਕਸਟਮਰ ਖਰੀਦੇਗਾ ਉਹਦੇ ਜ਼ਿਹਨ 'ਚ ਇਹ ਗੱਲ ਜ਼ਰੂਰ ਰਹਿੰਦੀ ਹੈ ਕਿ ਮੇਨਟੇਨੈਂਸ ਕਾਸਟ ਕੀ ਹੈ ਕਿਉਂਕਿ ਜੇ ਆਪਾਂ ਮਰਸਡੀਜ਼ ਜਾਂ BMW ਨੂੰ ਸਰਵਿਸ ਕਰਾਉਣ ਜਾਈਏ 50,000 ਲੱਖ ਰੁਪਈਆ ਲੱਗ ਜਾਂਦਾ. ਸੋ ਉਹ ਚੀਜ਼ ਬੰਦੇ ਦੇ ਜ਼ਿਹਨ 'ਚ ਹਮੇਸ਼ਾ ਰਹਿੰਦੀ ਹੈ ਵੀ ਮੇਨਟੇਨੈਂਸ ਕਾਸਟ ਕੀ ਹੈ. ਇਹ ਹੁਣ ਆਉਣ ਵਾਲਾ ਵਕਤ ਦੱਸੇਗਾ ਵੀ ਕਿੰਨੀ ਕੁ ਟੱਕਰ ਮਾਰਕੀਟ 'ਚ ਦੇ ਪਾਉਂਦੇ ਨੇ ਵੱਡੇ ਬ੍ਰਾਂਡਸ ਨੂੰ. ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ.